ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੀਆਂ ਨੂੰ ਤੁਹਾਨੂੰ ਖਾਸ ਮੁਲਾਕਾਤ ਵਿੱਚ। ਸਾਡੀ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਹੀ ਅਸੀਂ ਤੁਹਾਡੇ ਲਈ ਸਿਹਤ ਸੰਬੰਧੀ ਪ੍ਰੋਗਰਾਮ ਲੈ ਕੇ ਆਈਏ ਜਿੱਥੋਂ ਤੁਸੀਂ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕੋ, ਜਿੱਥੋਂ ਤੁਸੀਂ ਬਹੁਤ ਕੁਝ ਸਿੱਖ ਸਕੋ। ਸੋ ਡਾਕਟਰ ਹਮੇਸ਼ਾ ਹੀ ਸਾਡੇ ਸ਼ੋਅ ਦੇ ਵਿੱਚ ਆਉਂਦੇ ਆ, ਖਾਸ ਸ਼ਖਸੀਅਤਾਂ ਵੀ ਸਾਡੇ ਸ਼ੋਅ ਦੇ ਵਿੱਚ ਆਉਂਦੀਆਂ, ਪਰ ਅੱਜ ਖਾਸ ਤੌਰ ਤੇ ਡਾਕਟਰ ਮੁਰਤਜ਼ਾ ਆਏ ਹੋਏ ਨੇ ਜਿਨ੍ਹਾਂ ਦਾ ਵਾਈਟ ਰੌਕ ਦੇ ਵਿੱਚ ਕਲੀਨਿਕ ਆ। ਔਰ ਅੱਗੇ ਜਾ ਕੇ ਅਸੀਂ ਤੁਹਾਨੂੰ ਇਹਨਾਂ ਦਾ ਐਡਰੈਸ ਤੇ ਫ਼ੋਨ ਨੰਬਰ ਵੀ ਦੇਵਾਂਗੇ ਤੇ ਤੁਸੀਂ ਇਹਨਾਂ ਨੂੰ ਜਾ ਕੇ ਮਿਲ ਵੀ ਸਕਦੇ ਹੋ, ਕੋਈ ਸਲਾਹ ਮਸ਼ਵਰਾ ਕਰਨਾ ਤੇ ਉਹ ਵੀ ਕਰ ਸਕਦੇ ਹੋ। ਸੋ ਡਾਕਟਰ ਮੁਰਤਜ਼ਾ ਹੋਣਾ ਦੇ ਨਾਲ ਅੱਜ ਖਾਸ ਗੱਲਬਾਤ ਹੋਵੇਗੀ ਕਿਡਨੀਆਂ ਦੀ। ਜਦੋਂ ਅਸੀਂ ਕਿਡਨੀ ਦੀ ਗੱਲ ਕਰਦੇ ਹਾਂ ਤੇ ਦੇਖਣ ਦੇ ਵਿੱਚ ਬੜਾ ਛੋਟਾ ਜਿਹਾ ਸ਼ਬਦ ਲੱਗਦਾ, ਪਰ ਇਹਦੀ ਬਹੁਤ ਅਹਿਮੀਅਤ ਆ। ਸਾਡੇ ਸਰੀਰ ਦੇ ਵਿੱਚ ਇਹ ਤੰਦਰੁਸਤ ਤੇ ਠੀਕ ਠਾਕ ਹੋਣੀਆਂ ਚਾਹੀਦੀਆਂ। ਸੋ ਕਿਵੇਂ ਠੀਕ ਠਾਕ ਰੱਖਣੀਆਂ, ਕਿਵੇਂ ਸਾਨੂੰ ਪਤਾ ਲੱਗਦਾ ਕਿ ਸਾਡੀਆਂ ਕਿਡਨੀਆਂ ਡੈਮੇਜ ਹੋ ਰਹੀਆਂ ਆ, ਕਿਉਂ ਡੈਮੇਜ ਹੁੰਦੀਆਂ ਨੇ, ਕਿਹੜੀਆਂ ਗੱਲਾਂ ਕਰਕੇ ਅਸੀਂ ਇਹਨਾਂ ਨੂੰ ਖਰਾਬ ਕਰ ਲੈਂਦੇ ਆ। ਸੋ ਬਹੁਤ ਸਾਰੇ ਇਹੋ ਜਿਹੇ ਸਵਾਲ ਸਾਡੇ ਮਨ ਦੇ ਵਿੱਚ ਅਕਸਰ ਆਉਂਦੇ ਆ। ਸੋ ਅੱਜ ਅਸੀਂ ਡਾਕਟਰ ਮੁਰਤਜ਼ਾ ਦੇ ਨਾਲ ਇਹ ਗੱਲਬਾਤ ਕਰਾਂਗੇ। ਸੋ ਪਹਿਲਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਸ਼ੋਅ ਦੇ ਵਿੱਚ ਤੇ ਉਸ ਤੋਂ ਬਾਅਦ ਅੱਗੇ ਉਹਨਾਂ ਤੋਂ ਜਾਣਕਾਰੀ ਲੈਂਦੇ ਆ। ਸੋ ਡਾਕਟਰ ਮੁਰਤਜ਼ਾ ਜੀ, ਜੀ ਆਇਆਂ ਨੂੰ ਤੁਹਾਨੂੰ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਜੀ ਥੈਂਕ ਯੂ ਤੁਹਾਡੇ ਟਾਈਮ ਦੇ ਲਈ। ਤੇ ਪਹਿਲਾਂ ਤੇ ਥੋੜੀ ਜਿਹੀ ਅਸੀਂ ਗੱਲਬਾਤ ਕਰਾਂਗੇ ਕਿ ਕੋਵਿਡ ਜਿਹੜਾ ਹੁਣ ਇਸ ਦੇ ਕੇਸ ਵੱਧ ਰਹੇ ਹੈਗੇ ਸਾਡੇ ਆਪਣੇ ਸ਼ਹਿਰ ਦੇ ਵਿੱਚ ਵੀ। ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ? एहतियात करो जिन्नी कर सकते हो ਤੇ ਆਪਣੇ ਆਪ ਦੀ ਇਮਿਊਨਿਟੀ ਵਧਾ ਕੇ ਰੱਖੋ, ਹੈਲਦੀ ਰਹੋ। ਉਹ ਕਿਵੇਂ ਵਧਾਉਣੀ ਹੈ ਵੀ ਦੱਸ ਦਿਓ ਨਾਲ ਨਾਲ। ਉਹ ਬੜਾ ਆਸਾਨ ਹੈ। ਤੁਸੀਂ ਕਿਡਨੀ ਤੇ ਗੱਲ ਕਰਨੀ ਸੀ, ਚਲੋ ਉਹ ਵੀ ਦੱਸ ਨਹੀਂ, ਪਹਿਲਾਂ ਥੋੜਾ ਜਿਹਾ ਕੋਵਿਡ ਤੇ ਕਰਦੇ ਆ, ਜ਼ਰੂਰੀ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ। ਹਾਂਜੀ, ਇਮਿਊਨਿਟੀ ਵਧਾਉਣੀ ਤੇ ਹਮੇਸ਼ਾ ਹੀ ਚਾਹੀਦੀ ਹੈ, ਨਾ ਕਿ ਕੋਵਿਡ ਦੇ ਦਿਨਾਂ 'ਚ ਵਧਾ ਕੇ ਰੱਖਣੀ ਚਾਹੀਦੀ ਹੈ। ਜਦੋਂ ਬੰਦਾ 40 ਕ੍ਰਾਸ ਕਰਦਾ ਨਾ, ਉਹ ਵਧੀ ਹੋਈ ਇਮਿਊਨਿਟੀ ਦਾ ਫਿਰ ਫਾਇਦਾ ਪਤਾ ਲੱਗਦਾ। ਅੱਛਾ ਜੀ। ਤੇ ਇਮਿਊਨਿਟੀ ਵਧਾਉਣ ਦੇ ਬੜੇ ਈਜ਼ੀ ਸਟੈਪਸ ਨੇ, 4-5। ਨੰਬਰ 1, ਪੂਰਾ ਸੌਂਵੋ। 8 ਘੰਟੇ, 6 ਤੋਂ 8 ਘੰਟੇ ਔਰ ਡੀਪ ਸਲੀਪ। ਇਹ ਨਹੀਂ ਕਿ ਇੰਜ ਵਾਲਾ। ਨੰਬਰ 2, ਪਾਣੀ ਪੂਰਾ ਪੀਵੋ, 6 ਤੋਂ 8 ਗਲਾਸ। ਨੰਬਰ 3, ਨੈਚੁਰਲ ਫੂਡਸ ਖਾਓ, ਜ਼ਿਆਦਾਤਰ ਆਰਗੈਨਿਕ। ਉਹਦੇ ਵਿੱਚ ਕੀ ਆਉਂਦਾ? ਸਬਜ਼ੀਆਂ ਆਰਗੈਨਿਕ, ਅੱਛੀ ਤਰ੍ਹਾਂ ਧੋ ਕੇ ਉਹਨਾਂ ਦੀ ਪੈਸਟੀਸਾਈਡਸ ਲਾ ਕੇ। ਜੇ ਆਰਗੈਨਿਕ ਹੈ ਤਾਂ ਫਿਰ ਤੇ ਪੈਸਟੀਸਾਈਡ ਹੋਣਗੇ ਹੀ ਨਹੀਂ। ਅੱਛੀ ਤਰ੍ਹਾਂ ਧੋ ਕੇ ਉਹਨਾਂ ਨੂੰ ਪਕਾਓ। ਫਰੂਟ ਖਾਓ। ਔਰ ਨੰਬਰ 4, ਡਰਾਈ ਫਰੂਟਸ ਖਾਓ ਜਿੰਨੇ ਖਾ ਸਕਦੇ ਹੋ। ਅਗਰ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੁੰਦਾ ਫਿਰ ਬਿਲਕੁਲ ਹੱਥ ਨਾ ਲਾਓ, ਸਿਰਫ ਬਦਾਮ ਖਾਓ। ਔਰ ਅਗਰ ਬਲੱਡ ਪ੍ਰੈਸ਼ਰ ਲੋ ਹੁੰਦਾ ਤਾਂ ਫਿਰ ਦਬਾ ਕੇ ਪਿਸਤੇ ਔਰ ਕਾਜੂ ਔਰ मूंगफलियाँ। आजकल मौसम भी ठंडा है तो ड्राई फ्रूट खाओ, थोड़ी इम्यूनिटी इनक्रीज़ कर दी। तो नंबर 5, एक ग्रीन टी पियो शाम ਨੂੰ ਖਾਣਾ ਖਾ ਕੇ। ਜਿਹੜੇ ਇਨਗਰੀਡੀਐਂਟ ਮੈਂ ਦੱਸਾਂ ਉਹ ਪਾ ਕੇ। ਇੱਕ ਅਜਵਾਇਨ ਥੋੜੀ ਜਿਹੀ ਪਾ ਲਓ, ਇੰਨੀ 1 ਕੱਪ ਦਾ ਦੱਸ ਰਿਹਾ ਮੈਂ। ਇੰਨੀ ਕੁ ਕਲੌਂਜੀ ਪਾ ਲਓ, ਇੰਨੀ ਕੁ ਮੇਥੀ ਦਾਣਾ ਪਾ ਲਓ। ਮੇਥੀ ਦਾਣਾ ਥੋੜਾ ਜ਼ਿਆਦਾ ਪਾ ਲਓ। ਇੱਕ ਪੁਦੀਨੇ ਦਾ ਪੱਤਾ ਪਾ ਲਓ। ਵਿੱਚ ਸ਼ਹਿਦ ਪਾਣਾ ਹੈ ਜਾਂ ਸ਼ੱਕਰ ਜਾਂ ਗੁੜ ਪਾਣੀ ਹੈ, ਤੁਸੀਂ ਉਹ ਤੁਹਾਡੀ ਮਰਜ਼ੀ। ਚੀਨੀ ਨਹੀਂ ਪਾਣੀ। ਇਹ ਕੱਪ ਰਾਤ ਨੂੰ ਘਰ ਆ ਕੇ ਤੁਸੀਂ ਜਿਹਨੂੰ ਮਰਜ਼ੀ ਜੋ ਮਰਜ਼ੀ ਕਰਕੇ ਆਏ ਹੋ, ਵਾਪਸ ਆ ਕੇ ਖਾਣਾ ਖਾ ਕੇ ਇਹ ਕੱਪ ਇੱਕ ਪੀ ਲਓ, ਹੱਥ ਸ਼ੱਤ ਧੋ ਕੇ, ਨਹਾ ਨੂੰ ਕੇ। ਤੇ ਕੋਵਿਡ ਮੇਰਾ ਨਹੀਂ ਖਿਆਲ ਕਿ ਤੁਹਾਨੂੰ ਕੁਛ ਕਰੇਗਾ। ਅਸੀਂ ਸਾਰਾ ਦਿਨ ਪੇਸ਼ੈਂਟਸ ਨਾਲ ਰਹਿੰਦੇ ਹਾਂ, ਰਾਤ ਨੂੰ ਘਰ ਆਉਂਦੇ, ਆ ਕੇ ਉਹੀ ਵਾਸ਼ ਕਰਕੇ ਇੱਕ ਕੱਪ ਕਾਵੇ ਦਾ ਗ੍ਰੀਨ ਟੀ ਦਾ ਪੀਣਾ, ਇੰਨਾ ਇਨਗਰੀਡੀਐਂਟਸ ਵਾਲਾ, ਨੋ ਕੋਵਿਡ। ਕੀ ਬਾਤ ਹੈ। ਸੋ ਹੁਣ ਅਸੀਂ ਗੱਲ ਕਰਦੇ ਹਾਂ, ਜਿਹੜੀ ਖਾਸ ਗੱਲਬਾਤ ਅੱਜ ਅਸੀਂ ਕਰਨੀ ਸੀ ਕਿਡਨੀਆਂ ਦੇ ਬਾਰੇ। ਸੋ ਕਿਡਨੀਆਂ ਦਾ ਬਹੁਤ ਸਾਰੇ ਲੋਕਾਂ ਨੂੰ ਅਫੈਕਟ ਹੋ ਜਾਂਦੀਆਂ, ਉਹਨਾਂ ਦੀਆਂ ਖਰਾਬ ਹੋ ਜਾਂਦੀਆਂ ਕਿਡਨੀਆਂ। ਕਈਆਂ ਦੀਆਂ ਟ੍ਰਾਂਸਪਲਾਂਟ ਵੀ ਕਰਨੀਆਂ ਪੈਂਦੀਆਂ, ਡਾਇਲਸਿਸ ਬੜੀ ਹੁੰਦੀ ਆ। ਕਈ ਲੋਕ ਛੋਟੀ ਉਮਰ 'ਚ ਦੁਨੀਆ ਤੋਂ ਵੀ ਚਲੇ ਜਾਂਦੇ ਆ ਕਿਡਨੀਆਂ ਦੇ ਕਰਕੇ। ਸੋ ਅਸੀਂ ਤੁਹਾਡੇ ਤੋਂ ਜਾਣਾਂਗੇ, ਪਹਿਲਾਂ ਸਾਨੂੰ ਦੱਸੋ ਕਿ ਇਹ ਜਿਹੜੇ ਕਾਰਨ ਕੀ ਆ ਕਿਡਨੀਆਂ ਦੇ ਬਾਰੇ। ਪਹਿਲਾਂ ਸਾਨੂੰ ਦੱਸੋ ਕਿ ਕੀ ਕਾਰਨ ਆ, ਕਿਉਂ ਖਰਾਬ ਹੁੰਦੀ ਆ? ਕਿਡਨੀ ਰੱਬ ਦਾ ਇੱਕ ਲਾਇਆ ਹੋਇਆ ਵਾਈਟਲ ਆਰਗਨ ਹੈ। ਅਗਰ ਇਹ ਚੰਦ ਵਾਈਟਲ ਆਰਗਨ ਨੇ ਜਿਨ੍ਹਾਂ 'ਚੋਂ ਦਿਲ ਵੀ ਹੈ, ਦਿਮਾਗ ਵੀ ਹੈ, ਲਿਵਰ ਵੀ ਹੈ, ਕਿਡਨੀ ਵੀ ਹੈ। ਅਗਰ ਕਿਡਨੀ ਖਰਾਬ ਹੋ ਜਾਏ, ਟ੍ਰਾਂਸਪਲਾਂਟ ਤੇ ਹੋ ਜਾਂਦਾ ਹੈ, ਔਖਾ ਸੌਖਾ, ਲੇਕਿਨ ਉਹ ਗੱਲ ਨਹੀਂ ਬਣਦੀ ਜਿਹੜੀ ਆਪਣੀ ਕਿਡਨੀ ਦੀ ਹੈ। ਲੋਕ ਇੱਕ ਕਿਡਨੀ ਨਾਲ ਵੀ ਜੀ ਲੈਂਦੇ ਆ, ਲੇਕਿਨ ਉਹ ਗੱਲ ਨਹੀਂ ਬਣਦੀ ਜਿਹੜੀ 2 ਕਿਡਨੀਆਂ ਨਾਲ ਜੀਣ ਵਾਲੀ ਹੁੰਦੀ ਹੈ। ਇੱਕ ਅੱਖ ਨਾਲ ਵੀ ਲੋਕ ਜੀ ਲੈਂਦੇ ਨੇ, ਲੇਕਿਨ ਉਹ ਗੱਲ ਨਹੀਂ ਬਣਦੀ ਜਿਹੜੀ 2 ਅੱਖਾਂ ਨਾਲ ਜੀਂਦੇ ਆ। ਤੇ ਕਿਡਨੀ ਵਾਈਟਲ ਆਰਗਨ ਹੋਣ ਦੀ ਵਜ੍ਹਾ ਤੋਂ ਇਹਨੂੰ ਤੁਸੀਂ ਸੇਫ ਰੱਖਣਾ ਹੈ ਜੀ। ਸੇਫ ਕਿਸ ਤਰ੍ਹਾਂ ਰੱਖਣਾ ਉਹ ਬਾਅਦ 'ਚ ਆਪਾਂ ਗੱਲ ਕਰਦੇ ਹਾਂ, ਲੇਕਿਨ ਇਹ ਕਿਡਨੀ ਨੂੰ ਡੈਮੇਜ ਕੀ ਕਰਦਾ ਪਹਿਲੇ ਉਹ ਚੀਜ਼ਾਂ ਕਾਊਂਟ ਕਰ ਲਈਏ। ਬਿਲਕੁਲ ਇਹੀ ਤੁਹਾਨੂੰ ਜਾਣਨਾ ਤੁਹਾਤੋਂ ਚਾਹਾਂਗੇ ਕਿ ਕਿਹੜੀਆਂ ਉਹ ਚੀਜ਼ਾਂ ਆ ਜਿਹੜੀਆਂ ਕਿਡਨੀ ਨੂੰ ਡੈਮੇਜ ਕਰਦੀਆਂ ਹੈਗੀਆਂ, ਤੇ ਫਿਰ ਅਸੀਂ ਚੱਲਾਂਗੇ ਕਿ ਕਿਹੜੀਆਂ ਉਹ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਹੈਗੀਆਂ। ਸੋ ਇਹਨਾਂ ਬਾਰੇ ਗੱਲਬਾਤ ਕਰਾਂਗੇ। ਉਹ ਚੀਜ਼ਾਂ 5-7 ਨੇ।
ਉਹ ਥੋੜੀਆਂ ਜਿਹੀਆਂ, ਕੁਝ ਜ਼ਿਆਦਾ ਨਹੀਂ ਹੈ। ਉਹਨਾਂ ਨੂੰ ਨੋਟ ਕਰ ਲਓ ਕਾਗਜ਼ ਪੈਨਸਲ ਫੜ ਕੇ, ਔਰ ਉਹ ਜ਼ਿੰਦਗੀ 'ਚ ਨਾ ਕਰੋ। ਪਹਿਲੀ ਚੀਜ਼ ਜਿਹੜੀ ਸਭ ਤੋਂ ਪਹਿਲੀ ਚੀਜ਼ ਕਿਡਨੀ ਨੂੰ ਡੈਮੇਜ ਕਰਦੀ ਹੈ ਉਹ ਹੈ ਲੈਸ ਵਾਟਰ। ਪਾਣੀ ਘੱਟ ਪੀਣਾ। ਅਗਰ ਤੁਸੀਂ ਓਨਾ ਪਾਣੀ, ਜਿੰਨਾ ਕਿਡਨੀ ਇੱਕ ਸਟ੍ਰੇਨਰ ਹੈ, ਇੱਕ ਛਲਨੀ ਹੈ, ਅਗਰ ਉਹਦੇ ਵਿੱਚੋਂ ਤੁਸੀਂ ਪਾਣੀ ਉਹਨਾਂ ਨਹੀਂ ਲਗਾਓਗੇ ਜਿੰਨਾ ਰਿਕੁਆਇਰਡ ਹੈ ਐਕਚੁਅਲੀ, ਤੇ ਕਿਡਨੀ ਸੁੱਕੜਨਾ ਸ਼ੁਰੂ ਹੋ ਜਾਂਦੇ ਨੇ। ਮੈਂ ਤੁਹਾਨੂੰ ਬੜੇ ਆਸਾਨ ਅਲਫਾਜ਼ 'ਚ ਸਮਝਾ ਰਿਹਾ, ਕੋਈ ਡਾਕਟਰੀ ਲੈਂਗੁਏਜ ਨਹੀਂ ਯੂਜ਼ ਕਰ ਰਹੇ, ਕੋਈ ਮੁਸ਼ਕਲ ਲਫ਼ਜ਼ ਨਹੀਂ ਹੈ, ਕੋਈ ਅੰਗਰੇਜ਼ੀ ਦੇ ਲਫ਼ਜ਼ ਨਹੀਂ ਯੂਜ਼ ਕਰ ਰਹੇ। ਘੱਟ ਪਾਣੀ ਕਿਡਨੀ ਨੂੰ ਡੈਮੇਜ ਕਰਦੇ, ਪਹਿਲੀ ਗੱਲ। ਨੰਬਰ 2, ਕਿਡਨੀ ਨੂੰ ਜਿਹੜੀ ਚੀਜ਼ ਡੈਮੇਜ ਕਰਦੀ ਹੈ ਉਹ ਓਵਰ ਈਟਿੰਗ। ਤੁਸੀਂ ਜ਼ਿਆਦਾ ਖਾਣ ਦੀ ਆਦਤ ਜਿਹੜੇ ਬੰਦੇ ਨੂੰ ਹੋਏਗੀ ਉਹਦੇ ਕਿਡਨੀ ਡੈਮੇਜ ਹੋਣਗੇ। 2 ਚੀਜ਼ਾਂ ਹੋ ਗਈਆਂ। ਔਰ ਨੰਬਰ 3 ਜਿਹੜੀ ਕਿਡਨੀ ਨੂੰ ਡੈਮੇਜ ਕਰਦੀ ਹੈ ਚੀਜ਼, ਉਹ ਹੈ ਓਵਰ ਈਟਿੰਗ ਮੀਟ। ਅੱਛਾ, ਮੀਟ ਜ਼ਿਆਦਾ ਖਾਣਾ। ਮੀਟ ਜ਼ਿਆਦਾ ਖਾਣ ਵਾਲੇ ਦੀ ਕਿਡਨੀ ਜ਼ਰੂਰ ਡੈਮੇਜ ਹੁੰਦੀ ਹੈ। ਅਗਰ ਤੁਸੀਂ ਮੀਟ ਖਾ ਰਹੇ ਹੋ ਔਰ ਉਹਦਾ ਤੋੜ ਨਹੀਂ ਕੋਈ ਕਰ ਰਹੇ ਮੀਟ ਦਾ, ਤੇ ਤੁਹਾਡੀ ਕਿਡਨੀ ਤੇ ਇਫੈਕਟ ਪਏਗਾ, ਉਹਦੀ ਪਰਸੈਂਟੇਜ ਰਿਡਿਊਸ ਹੁੰਦੀ ਜਾਏਗੀ ਵਿਦ ਦਾ ਪੈਸੇਜ ਆਫ ਟਾਈਮ। ਰੈੱਡ ਮੀਟ ਉਹਦੇ 'ਚ ਜ਼ਿਆਦਾ ਕਾਊਂਟ ਹੁੰਦਾ ਹੈ ਜੀ, ਕਿਉਂਕਿ ਮੀਟ 'ਚ ਪ੍ਰੋਟੀਨਸ ਹੁੰਦੇ ਨੇ, ਤੇ ਪ੍ਰੋਟੀਨਸ ਹਮੇਸ਼ਾ ਪਾਸ ਹੁੰਦੇ ਨੇ ਕਿਡਨੀ ਤੋਂ। ਜੀ, ਜਦੋਂ ਪ੍ਰੋਟੀਨਸ ਕਿਡਨੀ ਤੋਂ ਪਾਸ ਔਨ ਨਹੀਂ ਹੋ ਸਕਦੇ, ਇੱਕ ਇੱਕ ਕਰਕੇ ਉਹਦੀ ਤਹਿ ਲੱਗਦੀ ਜਾਂਦੀ, ਇਕੱਠੇ ਹੁੰਦੇ ਜਾਂਦੇ ਨੇ, ਤੇ ਕਿਡਨੀ ਦੀ ਫੰਕਸ਼ਨਿੰਗ ਓਨੀ ਸਲੋ ਹੁੰਦੀ ਜਾਂਦੀ ਹੈ। ਹੁਣ ਪ੍ਰੋਟੀਨਸ ਨੂੰ ਪਾਸ ਔਨ ਕਰਨ ਲਈ ਪਾਣੀ ਆਪਣਾ ਪੂਰਾ ਕੰਮ ਕਰਦਾ। ਤੇ ਤੁਸੀਂ ਅਗਰ ਕਿਡਨੀ 'ਚੋਂ ਪ੍ਰੋਟੀਨਸ ਕੱਢ ਦਿਓ, ਆਸਾਨੀ ਨਾਲ ਕੱਢ ਦਿਓ, ਉਹਨੂੰ ਪਾਸ ਔਨ ਕਰ ਦਿਓ, ਤੇ ਤੁਹਾਨੂੰ ਕੁਝ ਵੀ ਨਹੀਂ ਹੋਏਗਾ, ਕਿਡਨੀਆਂ ਨੂੰ ਠੀਕ ਰਹਿਣਗੇ। ਕਿੰਨੀਆਂ? 3 ਚੀਜ਼ਾਂ ਹੋ ਗਈਆਂ ਜੀ। ਚੌਥੀ ਚੀਜ਼ ਜਿਹੜੀ ਕਿਡਨੀ ਨੂੰ ਡੈਮੇਜ ਕਰਦੀ, ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਨਮਕ। ਅੱਛਾ, ਲੂਣ ਖਾਣਾ, ਸਾਲਟ। ਜ਼ਿਆਦਾ ਸਾਲਟ ਖਾਣ ਵਾਲੇ ਲੋਕਾਂ ਦੀ ਕਿਡਨੀ ਡੈਮੇਜ ਹੁੰਦੀ ਹੀ ਹੁੰਦੀ ਹੈ। ਪਰ ਕਈ ਲੋਕ ਕਹਿੰਦੇ ਕਿ ਹਿਮਾਲਯਨ ਸਾਲਟ ਖਾਣਾ ਚਾਹੀਦਾ, ਜਾਂ ਜਿਹੜਾ ਜਿਹਨੂੰ ਅਸੀਂ ਕਹਿੰਦੇ ਆ ਪਹਾੜੀ ਲੂਣ, ਪਿੰਕ ਕਲਰ ਦਾ ਹੁੰਦਾ, ਉਹ ਠੀਕ ਹੈ, ਜਿਹੜਾ ਆਮ ਸਾਲਟ ਆ ਉਹ ਬੈਡ ਹੁੰਦਾ ਹੈਗਾ। ਉਹ ਤਾਂ ਠੀਕ ਕਹਿੰਦੇ ਆ, ਸਾਲਟ ਤੇ ਜਮਾ ਹੀ ਨਹੀਂ ਖਾਣਾ ਚਾਹੀਦਾ ਤੁਹਾਡੇ ਦਾ ਮਤਲਬ? ਨਹੀਂ, ਖਾਣਾ ਚਾਹੀਦਾ ਜਿੰਨਾ ਕੁ ਹੈ, ਲੇਕਿਨ ਕਈ ਲੋਕ ਉੱਪਰੋਂ ਵੀ ਪਾ ਕੇ ਖਾਂਦੇ ਨੇ, ਉਹ ਤਾਂ ਠੀਕ ਨਹੀਂ ਹੈ ਨਾ। ਉਹ ਤੇ ਜ਼ਿਆਦਾ ਹੋ ਗਿਆ। ਜਿਹੜਾ ਰਿਕੁਆਇਰਡ ਹੈ ਉਹ ਤੇ ਜ਼ਰੂਰਤ ਹੈ ਤੁਹਾਡੀ ਬਾਡੀ ਦੀ, ਉਹਨਾਂ ਤੇ ਖਾਣਾ ਚਾਹੀਦਾ, ਲੇਕਿਨ ਐਕਸਟਰਾ ਸਾਲਟੀ ਚੀਜ਼ਾਂ, ਐਕਸਟਰਾ ਸਾਲਟ ਪਾ ਕੇ ਉਹ ਡੈਮੇਜ ਕਰਦੀ ਹੈ। ਫਿਰ ਇੱਕ ਜਿਹੜੀ 5ਵੀਂ ਚੀਜ਼ ਸਭ ਤੋਂ ਜ਼ਿਆਦਾ ਡੈਮੇਜ ਕਰਦੀ ਹੈ ਕਿਡਨੀ ਨੂੰ, ਉਹ ਹੈ ਡਿਲੇਡ ਯੂਰੀਨੇਸ਼ਨ। ਅਗਰ ਤੁਸੀਂ ਯੂਰਿਨ ਨੂੰ ਹੋਲਡ ਕਰਦੇ ਹੋ ਤਾਂ ਉਹਦੇ ਨਾਲ ਤੁਹਾਨੂੰ 2 ਪ੍ਰੋਬਲਮਸ ਹੋ ਸਕਦੀਆਂ। ਨੰਬਰ 1, ਤੁਹਾਨੂੰ ਐਡੀਮਾ ਦੀ ਇੱਕ ਡਿਜ਼ੀਜ਼ ਹੋ ਸਕਦੀ ਹੈ, ਐਡੀਮਾ ਡਿਲੇਡ ਯੂਰੀਨੇਸ਼ਨ ਵਾਲੇ ਲੋਕਾਂ ਨੂੰ ਹੁੰਦੀ ਹੈ। ਨੰਬਰ 2, ਬਲਕਿ 3 ਪ੍ਰੋਬਲਮ ਹੋ ਸਕਦੇ। ਨੰਬਰ 2, ਮੇਲ ਨੂੰ ਪ੍ਰੋਸਟੇਟ ਹੋ ਸਕਦਾ ਯੂਰਿਨ ਹੋਲਡ ਕਰਨ ਵਾਲਿਆਂ ਨੂੰ, ਔਰ ਨੰਬਰ 3, ਕਿਡਨੀ ਡੈਮੇਜ ਹੋ ਸਕਦੇ ਹੈ। ਅੱਛਾ, ਵੀ ਜਿੱਦਾਂ ਜਦੋਂ ਅਸੀਂ ਗੱਲ ਕਰੀਏ, ਸਿਆਣੇ ਕਹਿੰਦੇ ਆ ਕਿ ਜੇ ਤੁਸੀਂ ਬਾਥਰੂਮ ਜਾਣਾ, ਤੁਹਾਨੂੰ ਜਾਣਾ ਆ, ਤੁਸੀਂ ਤਾਂ ਜਾਣਾ ਹੀ ਚਾਹੀਦਾ, ਰੋਕਣਾ ਨਹੀਂ ਚਾਹੀਦਾ, ਬੜਾ ਟਾਈਮ ਹੋਲਡ ਨਹੀਂ ਕਰਨਾ ਚਾਹੀਦਾ, ਤੁਹਾਡੀਆਂ ਕਿਡਨੀਆਂ ਨੂੰ ਇਫੈਕਟ ਕਰਦਾ। ਤੇ ਵਾਕਿਆ ਹੀ ਇਹ ਹੋ ਰਿਹਾ ਹੈਗਾ। ਇਹ ਵਾਕਈ ਇਫੈਕਟ ਕਰਦਾ। ਇਹਦੇ 'ਚ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਇੱਕ ਸ਼ਖਸ ਆ ਰਿਹਾ ਸੀ, ਉਹਨੂੰ ਰੋਕ ਕੇ ਇੱਕ ਬੰਦੇ ਨੇ ਕਿਹਾ, ਤੇਰੇ ਬੇਟੇ ਦੀ ਸ਼ਿਕਾਇਤ ਲਾਣੀ ਤੈਨੂੰ। ਉਹਨੇ ਕਿਹਾ, ਕੀ ਸ਼ਿਕਾਇਤ ਲਾਣੀ? ਉਹਨੇ ਕਿਹਾ, ਸ਼ਿਕਾਇਤ ਇਹ ਲਾਣੀ ਕਿ ਤੇਰਾ ਪੁੱਤਰ ਆਇਆ ਤੇ ਉਹ ਘੋੜੇ ਤੇ ਬੈਠਾ ਆ ਰਿਹਾ ਸੀਗਾ, ਤੇ ਉਹਨੇ ਘੋੜੇ ਤੋਂ ਉਤਰਦੇ ਹੀ ਖੜੇ ਹੋ ਕੇ ਯੂਰਿਨ ਕਰ ਦਿੱਤਾ। ਬੜਾ ਗੰਦਾ ਬੱਚਾ ਤੇਰਾ। ਉਹਨੇ ਕਿਹਾ, ਹਾਂ ਉਹਨੇ ਵਾਕਈ ਗਲਤ ਕੀਤਾ। ਉਹਨੇ ਕਿਹਾ, ਹਾਂ ਗਲਤ ਕੀਤਾ ਨਾ? ਉਹਨੇ ਕਿਹਾ, ਹਾਂ ਉਹਨੇ ਗਲਤ ਕੀਤਾ। ਉਹਨੂੰ ਘੋੜੇ ਤੋਂ ਉਤਰ ਕੇ ਯੂਰਿਨ ਨਹੀਂ ਸੀ ਕਰਨਾ ਚਾਹੀਦਾ। ਅਗਰ ਉਹਨੂੰ ਆਇਆ ਹੋਇਆ ਸੀ, ਉਹਨੂੰ ਘੋੜੇ ਦੇ ਉੱਤੇ ਬੈਠਿਆਂ ਹੀ ਕਰ ਦੇਣਾ ਚਾਹੀਦਾ ਸੀ। ਇੰਨਾ ਵੀ ਡਿਲੇ ਨਹੀਂ ਸੀ ਕਰਨਾ ਚਾਹੀਦਾ ਕਿ ਘੋੜੇ ਤੋਂ ਉਤਰ ਕੇ ਕਰਦਾ। ਯੂਰਿਨ ਇੰਨਾ ਇਫੈਕਟ ਕਰਦਾ ਹੈ, ਔਰ ਇਹ ਡਿਲੇਡ ਯੂਰੀਨੇਸ਼ਨ ਵਾਲੇ ਲੋਕਾਂ ਦੀ ਕਿਡਨੀ ਖਰਾਬ ਹੁੰਦੀ ਹੈ। ਔਰ ਡਿਲੇਡ ਯੂਰੀਨੇਸ਼ਨ ਹੁੰਦਾ ਕਿਵੇਂ? ਅਸੀਂ ਜਾਣਬੁੱਝ ਕੇ ਤਾਂ ਕਰਦੇ ਨਹੀਂ, ਜ਼ਾਹਿਰ ਹੈ ਆਏਗਾ ਤੇ ਜਾਵਾਂਗੇ ਅਸੀਂ। ਹੁੰਦਾ ਇਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਰਾਤ ਨੂੰ ਪਾਣੀ ਪੀ ਕੇ ਸੌਂਦੇ ਹਾਂ। ਰਾਤ ਨੂੰ ਸੁੱਤੇ ਪਏ ਹੁੰਦੇ, ਸਾਨੂੰ ਪਤਾ ਨਹੀਂ ਲੱਗਦਾ ਕਿ ਸਾਨੂੰ ਯੂਰਿਨ ਆਇਆ। ਸਵੇਰ ਉੱਠਦੇ ਹਾਂ ਤਾਂ ਦੌੜ ਕੇ ਵਾਸ਼ਰੂਮ ਜਾਂਦੇ, ਉਹ ਸਾਰੀ ਰਾਤ ਤੁਹਾਨੂੰ ਨੈਗੇਟਿਵ ਇਫੈਕਟ ਮਿਲ ਰਿਹਾ ਹੁੰਦਾ। ਫਿਰ ਅਸੀਂ ਆਫਿਸ 'ਚ ਕੰਮ ਕਰਦੇ ਹਾਂ, ਕਿਸੇ ਜਗ੍ਹਾ 'ਤੇ, ਕਿਸੇ ਵੀ ਜਗ੍ਹਾ 'ਤੇ ਬੈਠੇ ਰਹਿੰਦੇ ਹਾਂ, ਹੁਣ ਜਾਣਾ, ਬਲਜਿੰਦਰ ਉੱਠ ਕੇ ਜਾਏਗੀ ਤਾਂ ਫਿਰ ਜਾਵਾਂਗਾ, ਇਹ ਕੰਮ ਹੋਏਗਾ ਤਾਂ ਫਿਰ ਜਾਵਾਂਗਾ। ਉਹ ਜਾਂਦਿਆਂ ਜਾਂਦਿਆਂ ਅਸੀਂ ਡਿਲੇ ਕਰਦੇ, ਇਗਨੋਰ ਕਰਦੇ। ਇਹਨੂੰ ਇਗਨੋਰ ਨਾ ਕਰਨਾ, ਇਹ ਸਭ ਤੋਂ ਅਹਿਮ ਚੀਜ਼ ਹੈ। ਅੱਛਾ, ਤੁਸੀਂ ਦੱਸਿਆ ਕਿ ਮੀਟ ਖਾਣ ਨਾਲ ਵੀ ਹੁੰਦਾ ਆ, ਲੂਣ ਖਾਣ ਨਾਲ ਵੀ ਹੁੰਦਾ ਆ, ਤੇ ਬਹੁਤੇ ਲੋਕ ਕਹਿੰਦੇ ਕਿ ਦਾਰੂ ਪੀਣ ਦੇ ਨਾਲ ਵੀ ਕਿਡਨੀਆਂ ਅਫੈਕਟ ਹੁੰਦੀਆਂ, ਜਿਹੜਾ ਨਸ਼ਾ ਕਰਦੇ ਆ। ਆਫ ਕੋਰਸ, ਇਹ ਆ ਰਿਹਾ ਸੀ, ਮੈਂ ਉਹਦੇ ਵੱਲ ਆ ਰਿਹਾ ਸੀ। ਸਮੋਕ ਨਾਲ, ਦਾਰੂ ਨਾਲ, ਨਮਕ ਨਾਲ, ਮੀਟ ਨਾਲ, ਡਿਲੇਡ ਯੂਰੀਨੇਸ਼ਨ ਨਾਲ, ਤੇ ਇੱਕ ਚੀਜ਼ ਤੇ ਦੱਸੀ ਨਹੀਂ, ਘੱਟ ਸੌਣ ਨਾਲ ਕਿਡਨੀ ਖਰਾਬ ਹੁੰਦੇ, ਡੈਮੇਜ ਹੁੰਦੇ। ਫਿਰ ਇੱਕ ਹੋਰ ਗੱਲ ਜਿਹੜੀ ਇਹਦੇ ਕਿਡਨੀ ਨੂੰ ਡੈਮੇਜ ਕਰਦੀ, ਅਕਸਰ ਲੋਕਾਂ ਦੀ ਅੱਡੀਆਂ 'ਚ ਦਰਦ ਹੁੰਦੀ ਹੈ, ਗੋਡੇ ਕੜਿਕ ਕੜਿਕ ਕਰਦੇ, ਸਮਟਾਈਮ ਗੋਡਿਆਂ 'ਚ ਪੇਨ ਹੁੰਦੀ ਹੈ, ਘੁਟਨਿਆਂ 'ਚ।
ਉਹ ਇਹਨੂੰ ਕੇਅਰ ਨਹੀਂ ਕਰਦੇ। ਇਹ ਐਕਚੁਅਲੀ ਇੰਡੀਕੇਸ਼ਨ ਹੁੰਦੀ ਹੈ ਤੁਹਾਡੇ ਕਿਡਨੀਜ਼ ਦੇ ਵੀਕ ਹੋਣ ਦੀ। ਉਹ ਅੱਡੀਆਂ 'ਚ ਦਰਦ ਪਤਾ ਕਦੋਂ ਹੁੰਦੀ ਹੈ ਜਾਂ ਪੈਰ ਥੱਲੋਂ ਕਦੋਂ ਦੁਖਦੇ ਆ? ਉਹ ਉਦੋਂ ਦੁਖਦੇ ਆ ਜਦੋਂ ਤੁਹਾਡਾ ਕਿਡਨੀ ਪ੍ਰੋਟੀਨਸ ਜਾਂ ਆਇਰਨ ਨੂੰ ਪਾਸ ਔਨ ਨਹੀਂ ਕਰ ਪਾ ਰਿਹਾ, ਉਹਨੂੰ ਤਕਲੀਫ ਹੋ ਰਹੀ ਪਾਸ ਔਨ ਕਰਨ 'ਚ। ਤੇ ਉਹਦੀ ਪਹਿਲੀ ਇੰਡੀਕੇਸ਼ਨ ਜਾਂ ਤੇ ਅੱਡੀਆਂ 'ਚ ਦਰਦ ਹੋਏਗੀ ਜਾਂ ਗੋਡਿਆਂ 'ਚ ਦਰਦ ਹੋਏਗੀ ਜਾਂ ਅੱਡੀਆਂ 'ਚ ਤੁਹਾਡੇ ਜਿਹੜੇ ਐਂਕਲਸ ਹੁੰਦੇ ਨੇ ਉਹਨਾਂ 'ਤੇ ਸਵੈਲਿੰਗ ਹੋਏਗੀ। ਅਗਰ ਤੁਸੀਂ ਲਟਕਾ ਕੇ ਥੋੜ੍ਹੀ ਦੇਰ ਬੈਠੋ ਬੱਸ 'ਚ ਗੱਡੀ 'ਚ ਕਿਤੇ ਘੰਟਾ 2 ਘੰਟੇ, ਤੁਹਾਡੇ ਥੋੜ੍ਹੀ ਸਵੈਲਿੰਗ ਹੋ ਜਾਏਗੀ ਥੱਲੇ। ਇਹ ਇੰਡੀਕੇਸ਼ਨ ਹੈ ਕਿ ਤੁਹਾਡੇ ਕਿਡਨੀਜ਼ ਵੀਕ ਹੋ ਗਏ। ਜਦੋਂ ਹੀ ਕਿਤੇ ਹੋਵੇ ਫੌਰੀ ਤੌਰ ਤੇ ਕਿਡਨੀਜ਼ ਨੂੰ ਰਿਜੂਵੀਨੇਟ ਕਰਨ ਦੇ ਮਈਜ਼ ਲੈਣੇ ਸ਼ੁਰੂ ਕਰ ਦਿਓ। ਸੋ ਇਹ ਸਿੰਪਟਮਸ ਆਉਂਦੇ ਆ ਕਿ ਸਵੈਲਿੰਗ ਹੋ ਜਾਂਦੀ ਤੁਹਾਡੇ ਗਿੱਟਿਆਂ ਦੇ ਵਿੱਚ, ਗੋਡੇ ਦੁਖਣ ਲੱਗ ਪੈਂਦੇ ਹੈਗੇ ਆ ਤੁਹਾਡੇ, ਔਰ ਅੱਡੀਆਂ 'ਚ ਦਰਦ ਹੋਣ ਲੱਗ ਪੈਂਦੀ ਹੈ ਜੇ ਤੁਹਾਡੀ ਕਿਡਨੀ ਡੈਮੇਜ ਹੋ ਰਹੀ ਆ। ਤੇ ਜੇ ਹੁਣ ਪਤਾ ਲੱਗ ਗਿਆ ਕਿ ਕਿਡਨੀ ਮੇਰੀ ਡੈਮੇਜ ਹੋ ਗਈ ਆ, ਗਿੱਟਿਆਂ 'ਚ ਸੋਜ ਆ ਰਹੀ ਆ, ਗੋਡੇ ਦੁਖ ਰਹੇ ਹੈਗੇ ਆ, ਤੇ ਪਹਿਲੇ ਸਟੈਪ ਤੇ ਉਹਨੂੰ ਫੜਨ ਦੇ ਲਈ ਕੀ ਕਰਨਾ ਚਾਹੀਦਾ? ਇਹ ਐਕਚੁਅਲੀ ਜਦੋਂ ਇਹ ਕਿਡਨੀ ਤੇ ਪ੍ਰੋਟੀਨਸ ਇਕੱਠੇ ਹੁੰਦੀ ਹੈ ਨਾ ਤੇ ਆਇਰਨ ਇਕੱਠਾ ਹੁੰਦਾ ਤੇ ਇਹਨੂੰ ਅਸੀਂ ਯੂਰਿਕ ਐਸਿਡ ਵੀ ਕਹਿੰਦੇ ਆ। ਇਹ ਯੂਰਿਕ ਐਸਿਡ ਦੀ ਵੀ ਅਲਾਮਤ ਹੈ ਤੇ ਯੂਰਿਕ ਐਸਿਡ ਤੁਹਾਨੂੰ ਪਤਾ ਕਿਡਨੀ ਨੂੰ ਡੈਮੇਜ ਕਰਦਾ ਹੈ। ਇਹਦੇ ਫੜਨ ਦਾ ਸਭ ਤੋਂ ਪਹਿਲਾਂ ਤੇ ਆਪਣਾ ਲਾਈਫ ਸਟਾਈਲ ਸੈੱਟ ਕਰੋ। ਅਗਰ ਦੇਖੋ ਕਿੱਥੇ ਗਲਤ ਆ ਮੈਂ, ਇਹ ਜਿਹੜੇ ਮੈਂ 6-7 ਚੀਜ਼ਾਂ ਦੱਸੀਆਂ, ਦੇਖੋ ਵੇਅਰ ਆਈ ਐਮ ਰੋਂਗ। ਨੀਂਦ ਪੂਰੀ ਨਹੀਂ, ਸਾਲਟ ਖਾ ਰਿਹਾ, ਮੀਟ ਖਾ ਰਿਹਾ, ਸ਼ਰਾਬ ਪੀ ਰਿਹਾ, ਪਾਣੀ ਪੂਰਾ ਨਹੀਂ, ਜਾਂ ਪ੍ਰੋਟੀਨ ਜ਼ਿਆਦਾ ਖਾ ਰਿਹਾ ਜਾਂ ਪ੍ਰੋਟੀਨਸ ਵਾਸ਼ ਆਊਟ ਨਹੀਂ ਕਰ ਰਿਹਾ, ਜਾਂ ਡਿਲੇਡ ਯੂਰੀਨੇਸ਼ਨ ਹੈ। ਕਿਹੜਾ ਪ੍ਰੋਬਲਮ ਹੈ ਮੇਰੇ 'ਚ? ਪਹਿਲੇ ਤੇ ਉਸ ਪ੍ਰੋਬਲਮ ਨੂੰ ਫੜੋ, ਉਹਨੂੰ ਠੀਕ ਕਰੋ। ਉਸ ਤੋਂ ਬਾਅਦ ਕਿਡਨੀ ਨੂੰ ਰਿਜੂਵੀਨੇਟ ਕਰਨ ਲਈ ਨੈਚੁਰਲ ਚੀਜ਼ਾਂ ਦੱਸਾਂ ਕਿ ਉਹ ਦੱਸਾਂ? ਇੱਕ ਤੇ ਫੋਨ ਬੜੇ ਆ ਰਹੇ, ਸੌਰੀ ਉਲਟਾ ਕਰਦੇ ਨੇ। ਨੈਚੁਰਲ ਚੀਜ਼ਾਂ ਦੱਸਾਂ ਜਾਂ ਦਵਾਈਆਂ ਦੱਸਾਂ? ਮੇਰੇ ਖਿਆਲ ਦੇ ਵਿੱਚ ਪਹਿਲਾਂ ਨੈਚੁਰਲ ਦੱਸੋ, ਕਿਉਂਕਿ ਹਰ ਕੋਈ ਚਾਹੁੰਦਾ ਕਿ ਅਸੀਂ ਨੈਚੁਰਲ ਵੇ ਦੇ ਨਾਲ ਆਪਣੀ ਸਿਹਤ ਦਾ ਖਿਆਲ ਰੱਖੀਏ, ਕਿਉਂਕਿ ਦਵਾਈਆਂ ਤੇ ਤਾਂ ਫਿਰ ਬੰਦਾ ਲੱਗ ਜਾਂਦਾ ਨਾ, ਵੀ ਉਹ ਤਾਂ ਫਿਰ ਇੱਕ ਦਵਾ ਲੱਗ ਗਈ ਆ, ਤੁਹਾਨੂੰ ਉਹ ਲੈਣੀ ਹੀ ਪੈਣੀ ਆ। ਸੋ ਜੇ ਨੈਚੁਰਲ ਵੇ ਦੇ ਨਾਲ ਅਸੀਂ ਫਿਕਸ ਕਰ ਸਕਦੇ ਆ ਤੇ ਫਿਰ ਉਹਨੂੰ ਗਾਂ ਵਧਣ ਤੋਂ ਰੋਕ ਸਕਦੇ ਆ, ਉਹਦੇ ਨਾਲ ਦੀ ਰੀਸ ਕੋਈ ਨਹੀਂ। ਕਿਡਨੀ ਦੀ ਬਲਜਿੰਦਰ ਦਵਾ ਲੱਗਦੀ ਨਹੀਂ, ਥੋੜੇ ਅਰਸੇ ਬਾਅਦ ਛੱਡਣੀ ਪੈਂਦੀ ਹੈ। ਕਿਡਨੀ ਦੀ ਦਵਾ ਲੱਗਦੀ ਨਹੀਂ। ਇਹ ਜਦੋਂ ਡਾਇਲਿਸਿਸ ਹੋਣਾ ਸ਼ੁਰੂ ਹੋ ਜਾਂਦਾ ਨਾ, ਉਦੋਂ ਕਿਡਨੀ ਦੀ ਦਵਾ ਕੁਝ ਟਾਈਮ ਲਈ ਲੱਗਦੀ ਹੈ, 1-2 ਸਾਲ ਲਈ, ਲੇਕਿਨ ਫਿਰ ਉਹ ਵੀ ਹਟ ਜਾਂਦੀ ਹੈ। ਲੇਕਿਨ ਨੈਚੁਰਲ ਰਹਿਣਾ ਚਾਹੀਦਾ। ਤੁਹਾਡੀ ਗੱਲ ਬਿਲਕੁਲ ਵਧੀਆ। ਜਿੰਨਾ ਨੈਚੁਰਲ ਰਹੋਗੇ ਉਹਨਾਂ ਬਿਮਾਰੀਆਂ ਤੋਂ ਦੂਰ ਰਹੋਗੇ। ਪਹਿਲਾ ਨੈਚੁਰਲ ਇਲਾਜ ਜਿਹੜਾ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਹੋਇਆ, ਤੁਸੀਂ ਸਾਰੇ ਕਰਦੇ ਵੀ ਹੋ, ਕਿਡਨੀ ਨੂੰ ਵਾਸ਼ ਕਰਨ ਲਈ ਇੱਕ ਬੜੀ ਹੀ ਅੱਛੀ ਚੀਜ਼ ਹੈ ਓਲਿਵ ਆਇਲ। ਜ਼ੈਤੂਨ ਦਾ ਤੇਲ ਜਿਹਨੂੰ ਕਹਿੰਦੇ, ਐਕਸਟਰਾ ਵਰਜਨ ਆਰਗੈਨਿਕ। ਕੋਸ਼ਿਸ਼ ਕਰੋ ਇਟਾਲੀਅਨ ਲੈ ਲਓ। ਜਿਹਨੇ ਮਾਰਕੀਟ 'ਚ ਓਲਿਵ ਆਇਲ ਅਵੇਲੇਬਲ ਨੇ ਉਹਨਾਂ 'ਚ ਕਿਸੇ 'ਚ 10% ਓਲਿਵ ਆਇਲ ਹੈ, ਕਿਸੇ 'ਚ ਮੈਕਸਿਮਮ ਹੋਏਗਾ ਤੇ 60% ਹੋਏਗਾ। ਕੋਸ਼ਿਸ਼ ਕਰੋ ਅੱਛਾ ਓਲਿਵ ਆਇਲ ਪਰਚੇਜ਼ ਕਰਨ ਦੀ, ਆਰਗੈਨਿਕ ਸਟਫ। ਐਡਾ ਕੋਈ ਮਹਿੰਗਾ ਤੇ ਹੈ ਨਹੀਂ। ਉਹਦਾ ਅੱਧਾ ਚਮਚ, ਅਗਰ ਤੁਹਾਡਾ ਬੀਪੀ ਹਾਈ ਨਹੀਂ ਹੁੰਦਾ ਤੇ ਪੂਰਾ ਚਮਚ ਰਾਤ ਨੂੰ ਖਾਣਾ ਖਾਦਾ ਜਸਟ ਇੰਜ ਪੀ ਲਿਆ, ਅਗਰ ਬੀਪੀ ਹਾਈ ਨਹੀਂ ਹੁੰਦਾ। ਅਗਰ ਬੀਪੀ ਹਾਈ ਹੁੰਦਾ ਹੈ ਤਾਂ ਟਾਈਮ ਬੀਇੰਗ ਉਹ ਬੀਪੀ ਨੂੰ ਸ਼ਾਇਦ ਹਾਈ ਕਰੇ, ਇੰਨਾ ਜ਼ਿਆਦਾ ਹਾਈ ਨਹੀਂ ਕਰਦਾ, ਲੇਕਿਨ એનર્ਜੀ ਜੋ ਹੈ ਤੇ એનર્ਜੀ ਵਾਲੀ ਕੋਈ ਵੀ ਚੀਜ਼ ਬੀਪੀ ਨੂੰ ਹਾਈ ਕਰਦੀ। ਤੇ ਅੱਧਾ ਚਮਚ ਲੈ ਲਓ ਜੇ ਤੁਹਾਡਾ ਬੀਪੀ ਦਾ ਪ੍ਰੋਬਲਮ ਹੈ, ਛੋਟਾ ਅੱਧਾ ਚਮਚ, ਲੇਕਿਨ ਇਹਨੂੰ ਲੈਂਦੇ ਰਹੋ ਜੀ। ਇਹ ਨਹੀਂ ਕਿ ਅੱਜ ਲੈ ਲਿਆ ਤੇ ਕੱਲ ਫਿਰ ਭੁੱਲ ਗਏ। ਇਹਦੇ ਨਾਲ ਕੀ ਫਾਇਦਾ ਹੁੰਦਾ? ਇਹਦੇ ਫਾਇਦੇ ਤਾਂ ਅਗਰ ਮੈਂ ਗਿਣਨ ਲੱਗਾ ਤੇ ਤੁਹਾਨੂੰ ਇੱਕ ਹੋਰ ਪ੍ਰੋਗਰਾਮ ਚਾਹੀਦਾ, ਲੇਕਿਨ ਇਹਦੇ ਮੋਟੀ-ਮੋਟੀਆਂ 2-3 ਚੀਜ਼ਾਂ ਦੱਸ ਦੇਣਾ। ਜਿਹੜਾ ਤੁਹਾਡਾ ਓਲਿਵ ਆਇਲ ਹੈ ਉਹ ਤੁਹਾਡੇ ਕਿਡਨੀ ਨੂੰ ਹੈਲਪਫੁਲ ਹੁੰਦਾ ਹੈ ਉਹਦੇ ਚੋਂ ਪ੍ਰੋਟੀਨਸ ਪਾਸ ਔਨ ਕਰਨ ਲਈ। ਇੱਕ ਗੱਲ, ਜਦੋਂ ਪ੍ਰੋਟੀਨਸ ਤੇ ਆਇਰਨ ਪਾਸ ਔਨ ਹੋ ਗਿਆ, ਕਿਡਨੀ ਦੁਬਾਰਾ ਨਵੇਂ ਹੋ ਗਏ ਤੇ ਪੈਰਾਂ ਤੋਂ ਗਿੱਟਿਆਂ ਤੋਂ ਸੋਜ ਵੀ ਉਤਰ ਜਾਏਗੀ, ਅੱਡੀਆਂ 'ਚ ਦਰਦ ਵੀ ਮੁੱਕ ਜਾਏਗਾ, ਯੂਰਿਕ ਐਸਿਡ ਐਕਸਕ੍ਰੀਟ ਹੋ ਜਾਏਗਾ। ਦੂਸਰਾ ਇਹਦਾ ਫਾਇਦਾ ਹੈ ਇਹ ਕੋਲੇਸਟ੍ਰੋਲ ਕੱਟ ਕਰਦਾ। ਕਿੰਨੀਆਂ ਕੋਲੇਸਟ੍ਰੋਲ ਦੀਆਂ ਦਵਾਈਆਂ ਆਪਾਂ ਖਾਂਦੇ ਹਾਂ ਜੀ, ਬਿਲਕੁਲ। ਕਿੰਨੀਆਂ ਗੱਲਾਂ ਸੁਣੀਆਂ ਕੋਲੇਸਟ੍ਰੋਲ ਲਈ, ਇਹ ਕਰੋ, ਉਹ ਕਰੋ, ਉਹ ਕਰੋ। ਕਿੰਨਾ ਆਸਾਨ ਇਲਾਜ ਹੈ। ਜਿਹਦਾ ਜਿੰਨਾ ਜ਼ਿਆਦਾ ਕੋਲੇਸਟ੍ਰੋਲ ਹੋਵੇ ਨਾ, ਉਹ ਉਨਾ ਜ਼ਿਆਦਾ ਓਲਿਵ ਆਇਲ ਰਾਤ ਨੂੰ ਖਾਣੇ ਤੋਂ ਬਾਅਦ ਲੈ ਲਿਆ ਕਰੇ। ਕੋਲੇਸਟ੍ਰੋਲ ਗਾਇਬ। ਕੋਈ ਦਵਾਈ ਲੈਣ ਦੀ ਜ਼ਰੂਰਤ ਨਹੀਂ ਕੋਲੇਸਟ੍ਰੋਲ ਦੀ। ਮੈਂ ਨਹੀਂ ਕਹਿੰਦਾ ਕਿ ਦਵਾਈ ਨਾਲ ਉਹ ਮਰ ਜਾਓ, ਲੇਕਿਨ ਇਹਦੇ ਨਾਲ ਤੁਸੀਂ ਟਰੀਟ ਕਰ ਸਕਦੇ ਹੋ, ਇਹਦੇ ਨਾਲ ਤੁਸੀਂ ਪ੍ਰੀਵੈਂਟ ਵੀ ਕਰ ਸਕਦੇ ਹੋ। ਦੋਨਾਂ ਸੂਰਤਾਂ। ਅੱਜ ਵੀ ਮੈਨੂੰ ਇੱਕ ਕਾਲ ਆਈ ਇਨਸੋਮਨੀਆ ਦੀ, ਸਲੀਪ ਐਪਨੀਆ ਦੀ। ਸਲੀਪ ਐਪਨੀਆ ਦੇ ਇੰਨੇ ਪੇਸ਼ੈਂਟ ਨੇ ਕੈਨੇਡਾ 'ਚ, ਇੰਨੇ ਪੇਸ਼ੈਂਟ ਨੇ ਜਿਹਨੂੰ ਥੋੜ੍ਹੀ ਜਿਹੀ ਸਟ੍ਰੈਸ ਆ ਉਹ ਸਲੀਪ ਐਪਨੀਆ, ਥੋੜ੍ਹੀ ਜਿਹੀ ਕੋਈ ਪ੍ਰੋਬਲਮ ਹੈ ਸਟਮਕ ਦੀ ਉਹ ਸਲੀਪ ਐਪਨੀਆ। ਡਾਕਟਰ ਕੋਲ ਜਾਂਦਾ ਉਹ ਤੇ ਤੁਹਾਨੂੰ ਪਤਾ ਉਹ ਆਕਸੀਜਨ ਵਾਲੀ ਮਸ਼ੀਨ ਲਾ ਦਿੰਦੇ ਨੇ। ਤੁਹਾਡੇ ਵੀ ਇੱਕ ਦੋਸਤ ਨੂੰ ਲੱਗੀ ਹੋਈ ਸੀ। ਉਹ ਸਲੀਪ ਐਪਨੀਆ ਦਾ ਇਹ ਸੋਲੂਸ਼ਨ ਹੈ।
ਜਿਹੜਾ ਬੰਦਾ 1 ਚਮਚ olive oil ਰਾਤ ਨੂੰ ਪੀ ਲੇ, ਉਹ ਇੰਜ ਸੌਂਦਾ ਜਿਵੇਂ ਕਿ ਆਪਾਂ ਮਿਸਾਲ ਨਹੀਂ ਦਿੰਦੇ ਘੋੜੇ ਵੇਚ ਕੇ ਸੌਣਾ, ਉਹ ਉੱਠਦਾ ਨਹੀਂ, ਸਵੇਰ ਹੀ ਉੱਠਦਾ ਫਿਰ ਜਾ ਕੇ। ਇੰਨੀ ਗਹਿਰੀ ਔਰ ਸਾਊਂਡ ਸਲੀਪ ਆਉਂਦੀ ਹੈ। ਟਰਾਈ ਕਰਕੇ ਦੇਖਣਾ ਕਿਸੇ ਨੂੰ ਕਹਿ ਕੇ। ਨਹੀਂ, ਪਰ ਕਈ ਵਾਰੀ ਇੰਜ ਹੁੰਦਾ, ਕਈਆਂ ਨੂੰ ਬਿੜਕ ਬਹੁਤ ਆਉਂਦੀ ਹੈ ਸੁੱਤਿਆਂ ਪਿਆ ਨੂੰ, ਔਰ ਮੈਂ ਕਈਆਂ ਦੀ ਨਹੀਂ ਗੱਲ ਕਰੂੰਗੀ, ਮੈਨੂੰ ਵੀ ਹੈ, ਮੈਨੂੰ ਬਹੁਤ ਛੇਤੀ ਬਿੜਕ ਆਉਂਦੀ ਹੈ, ਬਹੁਤ ਛੇਤੀ ਆਗ ਆਉਂਦੀ ਹੈ। ਕੋਈ ਮੈਨੂੰ ਮੇਰੇ ਕਹਿ ਲਓ ਕਿ ਜੇ ਮੈਂ ਬਾਹਰ ਤੇ ਸੌ ਹੀ ਨਹੀਂ ਸਕਦੀ ਰੌਲੀ ਦੇ ਵਿੱਚ, ਜੇ ਮੈਂ ਡੀਪ ਸਲੀਪ 'ਚ ਵੀ ਸੁੱਤੀ ਹਾਂ ਤੇ ਮੈਨੂੰ ਮਾੜੀ ਜਿੰਨੀ ਬਿੜਕ ਬਾਹਰ ਵੀ ਕਿਤੇ ਖੜਕਾ ਹੋਇਆ ਮੇਰੀ ਅੱਖ ਖੁੱਲ ਜਾਂਦੀ ਹੈ। ਉਹ ਜਿਹੜੀ ਸਪੈਸੀਫਿਕਲੀ ਆਪਾਂ ਨੀਂਦ ਨੂੰ ਜਦੋਂ ਟ੍ਰੀਟ ਕਰੀਏ ਨਾ, ਫਿਰ ਇੱਕ ਦਵਾਈ ਵੀ ਉਹਦੀ ਐਡ ਕਰੀ ਦੀ, ਪੈਸੀਫਲੋਰਾ ਉਹਦਾ ਨਾਮ ਹੈ। ਉਹ ਰਾਤ ਨੂੰ ਉਹਦੇ 20 ਡ੍ਰੌਪਸ ਲੈ ਕੇ ਸੌਂ ਜਾਓ। ਉਹ ਨੀਂਦ ਦੀ ਦਵਾਈ ਨਹੀਂ, ਐਕਚੁਅਲੀ ਉਹ ਸਟਮਕ ਦੀ ਦਵਾਈ ਹੈ, ਲੇਕਿਨ ਉਹ ਕੰਮ ਸਾਰੇ ਤੁਹਾਡੇ ਮਸਲਸ ਤੇ ਕਰਦੀ ਹੈ, ਤੁਹਾਨੂੰ ਰਿਲੈਕਸ ਕਰ ਦਿੰਦੀ, ਡੀਪ ਸਲੀਪ ਆਉਂਦੀ ਤੁਹਾਨੂੰ। ਲੇਕਿਨ ਤੁਸੀਂ ਅਗਰ olive oil ਲੈ ਕੇ ਸੌਵੋ, ਇਹ ਉਹਦੇ ਨਾਲ ਐਡ ਅਪ ਹੋ ਜਾਏਗਾ। olive oil ਤੇ ਹਲੇ ਆਪਾਂ ਉਹਦੇ ਨਾਲ ਡਿਸਕਸ ਕਰ ਰਹੇ ਹਾਂ ਨਾ, ਉਸ ਫੀਲਡ 'ਚ ਕਿਡਨੀ ਵਾਲੀ 'ਚ। ਜਦੋਂ ਤੁਸੀਂ ਸਲੀਪ ਚਾਹੋਗੇ ਫਿਰ ਤੁਸੀਂ ਐਡ ਕਰ ਦੇਣਾ ਪੈਸੀਫਲੋਰਾ ਮੈਡੀਸਨ ਨੂੰ ਵੀ ਉਹਦੇ ਵਿੱਚ, ਪਲੱਸ ਇੱਕ ਹੋਰ ਮੈਡੀਸਨ ਉਹਦੀ ਜਿਹੜੀ ਸੁਬਾਹ ਲੈਣੀ ਪੈਂਦੀ। ਨੀਂਦ ਰਾਤ ਨੂੰ ਆਉਂਦੀ, ਮੈਡੀਸਨ ਸੁਬਾਹ ਲੈਣੀ ਹੁੰਦੀ ਹੈ। ਕਿੰਨਾ ਆਸਾਨ ਹੈ ਹੋਮਿਓਪੈਥੀ। ਅੱਛਾ ਜੀ, ਤੁਸੀਂ ਕਿਹਾ ਕਿ ਦਵਾਈਆਂ ਦੀ ਨਹੀਂ, ਨੈਚੁਰਲ ਵੇ ਦੇ ਨਾਲ ਕਿਡਨੀ ਨੂੰ ਠੀਕ ਕਰਨ ਦੀ ਤੁਸੀਂ ਗੱਲ ਕਰ ਰਹੇ ਸੀ, ਤੇ ਦਵਾਈਆਂ ਦੀ ਜੇ ਗੱਲ ਕਰੀਏ ਤੇ ਉਹ ਕੀ ਹੈਗਾ ਆ, ਉਹਦਾ ਕੀ ਪ੍ਰੋਸੈਸ ਹੈਗਾ? ਬਲਜਿੰਦਰ, ਇਹਦੀਆਂ ਦਵਾਈਆਂ ਫਿਰ ਡਿਪੈਂਡ ਕਰਦੀਆਂ ਤੁਹਾਨੂੰ ਕਿਡਨੀ ਦੀ ਕਿਹੜੀ ਪ੍ਰੋਬਲਮ ਹੈ। ਸਪੋਜ਼ ਤੁਹਾਨੂੰ ਅਗਰ ਜਸਟ ਕਿਡਨੀ ਵਾਸ਼ ਕਰਨੀ ਹੈ, ਆਪਾਂ ਡਿਟੌਕਸੀਫਾਈ ਕਰਨਾ, ਬਾਡੀ ਨੂੰ ਸਾਫ਼ ਕਰਨਾ, ਤੇ ਪਾਣੀ ਵੀ ਕਾਫੀ ਹੈ। ਤੇ ਜੇ ਅਗਰ ਉਸ ਤੋਂ ਥੋੜੀ ਅੱਗੇ ਗੱਲ ਲੰਘ ਗਈ ਹੈ, ਹੁਣ ਤੁਹਾਨੂੰ ਥੋੜੀ ਜਿਹੀ ਇੱਕ ਝਟਕੇ ਦੀ ਜ਼ਰੂਰਤ ਹੈ ਦਵਾਈ ਦੀ। ਇੱਕ ਦਵਾਈ ਦਾ ਨਾਮ ਹੈ ਬਰਬੈਰਸ। ਉਹਦਾ ਔਖਾ ਜਿਹਾ ਨਾਮ ਹੈ ਜ਼ਰਾ, ਲੇਕਿਨ ਉਹ ਲਿਖ ਲਓ ਬੇਸ਼ੱਕ, ਮੈਂ ਸਪੈਲਿੰਗ ਕਹਿੰਦੇ ਤਾਂ ਦੱਸ ਦੇਣਾ। BERBERRIS, ਬਰਬੈਰਸ 1M। ਇਹ ਉਹਦਾ ਨਾਮ ਹੈ ਦਵਾਈ ਦਾ, ਬਰਬੈਰਸ 1M। ਇਹਦਾ ਪੂਰਾ ਨਾਮ ਹੈ ਬਰਬੈਰਸ ਵਲਗੈਰਿਸ 1M। ਇਹ ਦਵਾਈ ਦੇ 5 ਡ੍ਰੌਪਸ ਅਗਰ ਤੁਸੀਂ ਲੈ ਲਓ ਤੇ ਤੁਹਾਨੂੰ ਉਸੇ ਦਿਨ ਹੀ ਫੀਲ ਹੋਏਗਾ ਕਿ ਕਿਡਨੀ ਤੁਹਾਡਾ ਸਾਫ਼ ਹੋਣਾ ਸ਼ੁਰੂ ਹੋ ਗਿਆ। ਇਹ ਮੈਂ ਵੀਕਲੀ ਵੈਸੇ ਹੀ ਮੈਂ ਵੀ ਲੈਣਾ, ਕਿਉਂਕਿ ਪਾਣੀ ਅਕਸਰ ਅਸੀਂ ਗੱਲਾਂ ਤੇ ਬੜੀਆਂ ਕਰਦੇ ਪਾਣੀ ਦੀਆਂ, ਪਰ ਆਪਣੇ ਕੋਲ ਵੀ ਕਈ ਦਫਾ ਨਹੀਂ ਪੀਤਾ ਜਾਂਦਾ। ਆਫਿਸ ਬੈਠੇ ਮੈਨੂੰ ਸ਼ਾਮ ਨੂੰ ਯਾਦ ਆਉਂਦਾ ਕਿ ਮੈਂ ਤਾਂ ਪਾਣੀ ਨਹੀਂ ਪੀਤਾ ਪੂਰਾ ਦਿਨ, ਤੇ ਉਹ ਕਈ ਵਾਰੀ 8-9 ਗਲਾਸ ਨਹੀਂ ਹੁੰਦੇ, 5-6 ਤੇ ਬ੍ਰੇਕ ਲੱਗ ਜਾਂਦੀ, ਤੇ ਉਹ ਹਫਤੇ 'ਚ ਇੱਕ ਵਾਰੀ ਵੈਸੇ ਹੀ ਲੈ ਲਓ, ਤੁਹਾਡੇ ਕਿਡਨੀ ਨੂੰ ਸਾਫ਼ ਰੱਖਦੀ ਹੈ। ਬਰਬੈਰਿਸ ਵਲਗੈਰਿਸ 1M 5 ਡ੍ਰੌਪਸ ਸੁਬਾਹ ਇੱਕੋ ਵਾਰੀ, ਵਨਸ ਵੀਕ 'ਚ। ਅਗਰ ਖਰਾਬ ਹੋ ਗਏ ਕਿਡਨੀ, ਕੁਛ ਪ੍ਰੋਬਲਮ ਜ਼ਿਆਦਾ ਸਵੀਅਰ ਹੋ ਗਈ ਹੈ, ਤੇ 15-20 ਦਿਨ 25 ਦਿਨ ਲੈ ਲਓ ਰੋਜ਼, ਇੱਕ ਵਾਰੀ ਰੋਜ਼। ਅਗਰ ਤੁਸੀਂ ਵੈਸੇ ਹੀ ਰੱਖਣਾ ਸਾਫ਼ ਕਿਡਨੀਆਂ ਨੂੰ, ਤੇ ਹਫਤੇ 'ਚ ਇੱਕ ਵਾਰੀ। ਅਗਰ ਤੁਹਾਨੂੰ ਕੋਈ ਥੋੜਾ ਜਿਹਾ ਪ੍ਰੋਬਲਮ ਹੋਇਆ ਤੇ ਰੋਜ਼। ਲੇਕਿਨ ਅਗਰ ਇਹਦੇ ਨਾਲ ਪੱਥਰੀ ਵੀ ਹੋ ਗਈ ਹੈ, ਸਟੋਨਸ ਜਿਹਨੂੰ ਕਹਿੰਦੇ, ਕੈਲਸ਼ੀਅਮ ਦੇ ਸਟੋਨਸ ਬਣ ਜਾਂਦੇ ਨੇ, ਆਕਜ਼ਲੇਟ ਦੇ, ਹੋਰ ਬੜੀਆਂ ਚੀਜ਼ਾਂ ਦੇ। ਜਦੋਂ ਤੁਹਾਡੀ ਕਿਡਨੀ 'ਚ ਸਟੋਨ ਬਣ ਗਏ, ਉਹ ਡਿਪੈਂਡ ਕਰਦਾ ਕਿ ਤੁਹਾਡਾ ਸਟੋਨ ਦਾ ਸਾਈਜ਼ ਕਿੱਡਾ ਹੈ। ਐਡਾ ਕੁ ਦਾ ਸਾਈਜ਼ ਮੈਂ ਵੀ ਕੱਢਿਆ, ਕੋਈ ਮੋਰ ਦੈਨ ਇੰਚ। ਉਹਦੇ ਲਈ ਫਿਰ ਇੱਕ ਹੋਰ ਦਵਾਈ ਐਡ ਕਰ ਲਓ, ਉਹਦਾ ਨਾਮ ਹੈ ਕੈਲਸ਼ੀਅਮ ਕਾਰਬੋਨੇਟ। ਉਹਨੂੰ ਅਸੀਂ ਕੈਲਕੇਰੀਆ ਕਾਰਬੋਨੇਟ ਵੀ ਕਹਿੰਦੇ ਹਾਂ, ਕੈਲਕੇਰੀਆ ਕਾਰਬ ਵੀ ਕਹਿੰਦੇ ਹਾਂ। ਤੁਸੀਂ CALC ਕੈਲਕ, ਕਾਰਬ ਇਹ ਸਮਝ ਲਓ, CARB CALC CARB ਕੈਲਕ ਕਾਰਬ। 200 ਉਹਦੀ ਪੋਟੈਂਸੀ ਹੈ, 200 ਜੀ। ਉਹਨੂੰ ਇਹਦੇ ਨਾਲ ਹੀ ਮਿਕਸ ਕਰ ਲਓ, 5 ਡ੍ਰੌਪਸ ਉਹਦੇ ਤੇ 5 ਇਹਦੇ, ਇੱਕੋ ਪਾਣੀ 'ਚ, ਨੈਕਸਟ ਪਾਣੀ 'ਚ ਉਹ ਲੈ ਲਓ, ਤੇ ਤੁਹਾਡੀ ਮੇਰੇ ਖਿਆਲ ਕੋਈ 4-5 ਦਿਨ 'ਚ ਪੱਥਰੀ ਤੁਹਾਨੂੰ ਫੀਲ ਹੋਣਾ ਸ਼ੁਰੂ ਹੋ ਜਾਏਗੀ ਕਿ ਟੁੱਟ ਗਈ ਹੈ, ਤੇ ਹੁਣ ਟੁਰਨਾ ਸ਼ੁਰੂ ਹੋ ਗਈ, ਤੁਹਾਨੂੰ ਬਾਕਾਇਦਾ ਫੀਲ ਹੋਏਗੀ। ਕਈਆਂ ਦੀ ਜਿਹੜੀ ਕਿਡਨੀ ਸਟੋਨਸ ਹੁੰਦੇ ਆ, ਕਈਆਂ ਦੇ ਇੰਨਾ ਜ਼ਿਆਦਾ ਸੀਰੀਅਸ ਹੁੰਦਾ ਕਿ ਉਹ ਕਹਿੰਦੇ ਕਿ ਅਸੀਂ ਇਹ ਸਰਜਰੀ ਕਰਕੇ ਵੀ ਨਹੀਂ ਕੱਢ ਸਕਦੇ, ਇਹ ਦਵਾਈ ਦਿੱਤੀ ਜਾਂਦੀ ਆ ਕਿ ਇਹ ਵਾਸ਼ ਆਊਟ ਹੋ ਜਾਣ, ਨਿਕਲ ਜਾਣ, ਪਰ ਕਈ ਨਹੀਂ ਨਿਕਲਦੇ, ਸਰਜਰੀ ਕਰਕੇ ਕੱਢਣਾ ਪੈਂਦਾ। ਉਹਦਾ ਕੀ ਕਾਰਨ ਹੁੰਦਾ? ਉਹ ਦੇਖੋ, ਉਹ ਕਿਸੇ ਐਸੇ ਤੁਹਾਡੀ ਲੋਬ 'ਚ ਫਸ ਗਏ ਨੇ, ਐਸੀ ਜਗ੍ਹਾ ਤੇ ਤੁਹਾਡੇ ਉਹ ਸਟੋਨ ਬਣਿਆ ਹੈ ਜਿੱਥੋਂ ਉਹ ਬਾਹਰ ਨਹੀਂ ਆ ਸਕਦਾ। ਉਹਦਾ ਵੀ ਫਿਰ ਹੋਮਿਓਪੈਥਿਕ ਸੋਲੂਸ਼ਨ ਹੈ। ਉਹਦੀ ਇੱਕ ਦਵਾਈ ਹੁੰਦੀ ਹੈ ਲਾਈਕੋਪੋਡੀਅਮ CM। ਉਹ ਸੁਬਾਹ ਇੱਕ ਵਾਰੀ ਲੈਣੀ, ਜਸਟ 3 ਡੇਜ਼। ਉਸ ਤੋਂ ਬਾਅਦ ਇਹੀ ਫਿਰ ਕਿਡਨੀ ਵਾਸ਼ ਕਰਨ ਵਾਲੀ ਦਵਾਈ। ਜਦੋਂ ਉਹ ਬ੍ਰੇਕ ਕਰ ਦੇਗੀ ਪੱਥਰੇ ਨੂੰ, ਫਿਰ ਉਹਨੂੰ ਬਾਹਰ ਕੱਢ ਲਓ। ਔਰ ਬਾਕਾਇਦਾ ਤੁਹਾਨੂੰ ਕਈ ਵਾਰੀ ਤੇ ਪਤਾ ਚੱਲਦਾ, ਕੜਕ ਉਹ ਗਿਰ ਗਈ ਪੱਥਰੀ ਯੂਰਨ ਦੇ ਜ਼ਰੀਏ। ਅੱਛਾ, ਇਹ ਬਣਦੀਆਂ ਕਿਉਂ ਆ ਪੱਥਰੀ? ਇਹ ਬਹੁਤ ਸਾਰੀ ਰੀਜ਼ਨਸ ਆ। ਚਾਵਲ ਇਹਦੀ ਰੀਜ਼ਨ ਹੋ ਸਕਦੀ, ਬਹੁਤ ਜ਼ਿਆਦਾ ਚਾਵਲ ਖਾਣ ਵਾਲੇ, ਬਹੁਤ ਜ਼ਿਆਦਾ ਰੈੱਡ ਮੀਟ ਖਾਣ ਵਾਲੇ ਲੋਕ, ਉਹਨਾਂ ਨੂੰ ਬਣਦੀਆਂ। ਕੈਲਸ਼ੀਅਮ ਐਕਸਟਰਾ ਲੈਣ ਵਾਲਿਆਂ ਨੂੰ ਬਣਦੀਆਂ। ਵਿਟਾਮਿਨ D ਪੂਰਾ ਨਹੀਂ, ਕੈਲਸ਼ੀਅਮ ਅਬਜ਼ੌਰਬ ਨਹੀਂ ਹੁੰਦਾ, ਕੈਲਸ਼ੀਅਮ ਬਾਡੀ ਬਾਹਰ ਕੱਢੀ ਜਾ ਰਹੀ, ਉਹਨੂੰ ਹੁਣ ਨਿਕਲਣਾ ਤੇ ਉੱਥੋਂ ਹੀ ਪੈਣਾ ਨਾ, ਰਸਤਾ ਤੇ ਉਹੀ ਹੈ। ਉਹ ਫਿਰ ਸਲੋਲੀ ਐਂਡ ਗ੍ਰੈਜੂਅਲੀ, ਆਕਜ਼ਲੇਟਸ ਵੀ ਹੁੰਦੇ ਨੇ, ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਪੱਥਰੀ ਬਣਾਉਂਦੀਆਂ ਨੇ। ਮੇਨ ਜਿਹੜਾ ਰੋਲ ਪਲੇ ਕਰਦੇ ਉਹ ਰੈੱਡ ਮੀਟ, ਕੈਲਸ਼ੀਅਮ ਔਰ ਰਾਈਸ।
ਤੇ ਜਦੋਂ ਹੁਣ ਕਿਸੇ ਦੀਆਂ ਦੋਨੇ ਕਿਡਨੀਜ਼ ਖਰਾਬ ਹੋ ਗਈਆਂ, ਡਾਇਲਿਸਿਸ ਵੀ ਕੀਤਾ, ਸਾਰਾ ਕੁਝ ਕੀਤਾ, ਤੇ ਹੁਣ ਉਹਨਾਂ ਨੂੰ ਇੱਕ ਕਿਡਨੀ ਤੇ ਰਹਿਣਾ ਪੈਂਦਾ। ਕਈ ਵਾਰੀ ਕਿਸੇ ਨੂੰ ਦੇਣੀ ਵੀ ਪੈਂਦੀ ਹੈ, ਪਰਿਵਾਰਕ ਮੈਂਬਰ ਦੀ ਵੀ ਲੈਂਦੇ ਆ ਕਿਡਨੀ, ਇੱਕ ਕਿਡਨੀ ਤੇ ਆ। ਉਸ ਇਨਸਾਨ ਨੂੰ ਕਿੰਨੀਆਂ ਕੁ ਪ੍ਰੀਕਾਸ਼ਨਸ ਯੂਜ਼ ਕਰਨੀਆਂ ਪੈਣੀਆਂ, ਕਿੰਨਾ ਕੁ ਉਸ ਨੂੰ ਖਿਆਲ ਰੱਖਣਾ ਪੈਣਾ, ਕਿਉਂਕਿ ਇੱਕ ਕਿਡਨੀ ਹੈ। ਵੈਸੇ ਤਾਂ ਕਹਿੰਦੇ ਜੀਣ ਲਈ ਇੱਕ ਕਿਡਨੀ ਬਹੁਤ ਆ, ਪਰ ਦੋ ਹੋਣ ਤਾਂ ਮਜ਼ਾ ਹੀ ਕੁਛ ਹੋ ਰਿਹਾ, ਬੰਦਾ ਬੇਫਿਕਰ ਜਿਹਾ ਰਹਿੰਦਾ ਨਾ। ਪਰ ਇੱਕ ਨੂੰ ਵਧੀਆ ਰੱਖਣ ਦੇ ਲਈ, ਉਹਨੂੰ ਕਹਿ ਲਓ ਕਿ ਪੂਰਾ ਉਹਦਾ ਖਿਆਲ ਰੱਖਣ ਦੇ ਲਈ ਕਿਹੜੀਆਂ ਗਾਈਡਲਾਈਨਸ ਫੋਲੋ ਕਰਨੀਆਂ ਚਾਹੀਦੀਆਂ? ਇੱਕ ਤੇ ਇਹੀ 6-7 ਚੀਜ਼ਾਂ ਜਿਹੜੀਆਂ ਆਪਾਂ ਸ਼ੁਰੂ ਚ ਗਿਣਾਈਆਂ, ਉਹਨਾਂ ਨੂੰ ਉਹਦੇ ਤੇ ਕੇਅਰਫੁਲ ਰਹਿਣਾ ਚਾਹੀਦਾ। ਦੂਸਰਾ, ਉਹਨੂੰ ਕੈਲਸ਼ੀਅਮ ਤੋਂ ਥੋੜਾ ਜਿਹਾ ਪਰਹੇਜ਼ ਰੱਖਣਾ ਚਾਹੀਦਾ। ਜਿੰਨਾ ਫੂਡਸ ਚ ਕੈਲਸ਼ੀਅਮ ਜ਼ਿਆਦਾ, ਉਹ ਜ਼ਰਾ ਥੋੜ੍ਹੀਆਂ ਜਿਹੀਆਂ ਅਵੋਇਡ ਕਰੇ। ਜਿਹੜੀਆਂ ਵਾਈ ਚੀਜ਼ਾਂ ਨੇ, ਜਿਸ ਤਰ੍ਹਾਂ ਗੋਭੀ ਹੈ, ਚਾਵਲ ਹੈ, ਜਾਂ ਸਾਗ ਹੈ, ਪਾਲਕ ਹੈ, ਉਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ। ਫਿਰ ਇਸੇ ਤਰ੍ਹਾਂ ਮੀਟ ਨੂੰ ਅਵੋਇਡ ਕਰਿਓ, ਔਰ ਨੀਂਦ ਪੂਰੀ ਰੱਖੇ। ਡਿਲੇਡ ਯੂਰੀਨੇਸ਼ਨ, ਜਿਵੇਂ ਉਹ 7 ਚੀਜ਼ਾਂ ਉਹ ਤੇ ਹੈ ਹੀ ਹੈ ਨਾ, ਉਹ ਤੇ ਉਹਨੇ ਅਵੋਇਡ ਕਰਨੀਆਂ। ਪਲੱਸ ਹੋਮਿਓਪੈਥਿਕ ਦੀ ਇੱਕ ਮੈਡੀਸਨ ਬਰਬੈਰਸ ਵਲਗੈਰਸ ਮਦਰ ਟਿੰਕਚਰ 'ਚ, ਕਦੇ 'ਚ ਮਦਰ ਟਿੰਕਚਰ 'ਚ ਉਹ ਰੱਖੇ ਆਪਣੇ ਕੋਲ। ਉਹਦੇ 5-10 ਡ੍ਰੌਪਸ ਰੋਜ਼ ਇੱਕ ਵਾਰੀ ਲੈ ਲਿਆ ਕਰੇ। ਅੱਗੇ ਅਸੀਂ ਹੋਰ ਪੋਟੈਂਸੀ ਦੱਸੀ ਸੀ ਇਹਦੀ 1 ml, ਹੁਣ ਹੋਰ ਪੋਟੈਂਸੀ ਦੱਸ ਰਹੇ ਹਾਂ ਮਦਰ ਟਿੰਕਚਰ। 5-10 ਡ੍ਰੌਪਸ ਰੋਜ਼ ਦੇ 1-2 ਵਾਰੀ ਲੈ ਲਿਆ ਕਰੇ। ਜਦੋਂ ਇੱਕ ਬੋਤਲ ਮੁੱਕ ਜਾਏ, ਫਿਰ ਮਹੀਨਾ ਪਾ ਕੇ, 2 ਮਹੀਨੇ ਵਕਫਾ ਪਾ ਕੇ ਫਿਰ ਕਦੀ ਲੈ ਲਈ। ਸਾਲ 'ਚ 2-3 ਵਾਰੀ ਉਹ ਇੱਕ ਅੱਧੀ ਬੋਤਲ ਪੀ ਲਈ, ਛੋਟੀ ਜਿਹੀ ਬੋਤਲ, ਤੇ ਉਹ ਕਿਡਨੀ ਨੂੰ ਮੇਨਟੇਨ ਕਰ ਸਕਦਾ। ਪਲੱਸ ਜਦੋਂ ਤੁਸੀਂ ਡਾਇਲਿਸਿਸ ਦੀ ਗੱਲ ਕੀਤੀ, ਕਿ ਕਿਸੇ ਦਾ ਡਾਇਲਿਸਿਸ ਤੇ ਆ ਜਾਂਦੀ ਗੱਲ, ਉਹ ਕੀ ਕਰੇ? ਡਾਇਲਿਸਿਸ ਕੋਈ ਆਸਾਨ ਇਲਾਜ ਨਹੀਂ ਹੈਗਾ। ਡਾਇਲਿਸਿਸ ਨਾਲ ਤੁਹਾਨੂੰ ਸਵੇਰ ਨੂੰ ਮਸ਼ੀਨ ਲਾ ਕੇ ਤੇ ਤੁਹਾਨੂੰ ਐਕਸੈਸ ਵਾਟਰ ਕੱਢਣਾ ਪੈਂਦਾ, ਉਹਦੇ ਬੜੀ ਤਕਲੀਫ ਹੁੰਦੀ ਹੈ। ਜਿਹੜੇ ਬੰਦੇ ਦਾ ਡਾਇਲਿਸਿਸ ਤੇ ਆ ਜਾਂਦੇ ਨੇ ਕਿਡਨੀ, ਮੇਰੇ ਕੋਲ ਹੈ ਨੇ ਪੇਸ਼ੈਂਟਸ ਡਾਇਲਿਸਿਸ ਵਾਲੇ, ਉਹਨਾਂ ਦੇ ਰੰਗ, ਉਹਨਾਂ ਦਾ ਬਲੈਕ ਹੋ ਜਾਂਦਾ, ਉਹਨਾਂ ਦਾ ਸਕਿਨ ਡੈਮੇਜ ਹੋ ਜਾਂਦੀ ਹੈ, ਉਹ ਜ਼ਿੰਦਿਆਂ 'ਚ ਨਹੀਂ ਰਹਿੰਦੇ। ਮੈਂ ਅੱਗੇ ਜਿਵੇਂ ਕਿਹਾ ਕਿ ਵਾਈਟਲ ਆਰਗਨ ਹੈ, ਉਹ ਜ਼ਿੰਦਿਆਂ ਲੋਕਾਂ 'ਚ ਨਹੀਂ ਹੁੰਦੇ ਵਿਚਾਰੇ, ਉਹਨਾਂ ਦੀ ਬੜੀ ਬੁਰੀ ਹਾਲਤ ਹੁੰਦੀ, ਐਕਸਰਸਾਈਜ਼ ਨਹੀਂ ਕਰ ਸਕਦੇ, ਬਲਾ 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 100 ਚੀਜ਼ਾਂ ਨੇ। ਜਦੋਂ ਕੋਈ ਡਾਇਲਿਸਿਸ ਤੇ ਆ ਜਾਏ ਤਾਂ ਪਲੀਜ਼ ਨੋਟ ਡਾਊਨ ਕਰ ਲਓ, ਉਹ ਚੀਜ਼ਾਂ ਤੇ ਅਵੋਇਡ ਕਰਨੀਆਂ ਜਿਹੜੀਆਂ ਅਸੀਂ ਅੱਗੇ ਕਹੀਆਂ। ਪਲੱਸ ਉਹਨੂੰ ਡਾਇਲਿਸਿਸ ਦੀ ਹੋਮਿਓਪੈਥਿਕ ਦੀ ਮੈਡੀਸਨ ਹੈ, ਇਹ 5-6 ਮੈਡੀਸਨਸ ਦਾ ਕੰਬੀਨੇਸ਼ਨ ਹੈ, ਇਹ ਜ਼ਰੂਰ ਲੈ ਲਓ। ਮੈਂ ਇੱਕ ਵਾਰੀ ਇੱਥੇ ਬੋਲ ਦੇਣਾ, ਵੈਸੇ ਨਾ ਕਿਸੇ ਕੋਲੋਂ ਬਣੇ ਤੇ ਮੇਰੇ ਕੋਲੋਂ ਆ ਕੇ ਲੈ ਲਓ। ਪਰੇਰਾ ਬਰੇਵਾ, ਬਰਬੈਰਸ ਜਿਹੜੀ ਅੱਗੇ ਅਸੀਂ ਗੱਲ ਕੀਤੀ, ਸਾਰਸਪਰੇਲਾ, ਸੈਂਗੂਨੇਰੀਆ, ਮੇਰੇ ਖਿਆਲ 4 ਹੀ ਕਾਫੀ ਆ, ਔਰ 5ਵੀਂ ਅਗਰ ਕੈਲਕੇਰੀਆ ਕਾਰਬ ਵੀ ਉਹਦੇ 'ਚ ਐਡ ਕਰ ਲਓ। ਇੱਕ ਹੋਰ ਮੈਡੀਸਨ ਹੁੰਦੀ ਯੂਰਟੀਕਾ, URTICA, ਉਹ ਵੀ ਐਡ ਕਰ ਲਓ। ਇਹ 5-6 ਚੀਜ਼ਾਂ ਦਾ ਕੰਬੀਨੇਸ਼ਨ ਹੈ। ਇਹਨੂੰ ਬਣਾ ਕੇ ਆਪਣੇ ਘਰ ਰੱਖ ਲਓ, ਤੇ ਉਸ ਬੰਦੇ ਨੂੰ ਜਿਹਨੂੰ ਡਾਇਲਿਸਿਸ ਹੋ ਰਿਹਾ, ਬੈਟਰ ਹੈ ਕਿ ਕਿਸੇ ਡਾਕਟਰ ਦੀ ਸੁਪਰਵੀਜ਼ਨ 'ਚ ਇਹਨੂੰ ਯੂਜ਼ ਕਰੋ, ਤੇ ਜ਼ਿਆਦਾ ਬੈਟਰ ਹੈ। ਕਿਉਂਕਿ ਉਹਦਾ ਪਾਣੀ ਵੀ ਇੱਕ ਰਿਕਮੈਂਡਡ ਡੋਜ਼ ਤੱਕ ਹੁੰਦਾ, ਉਨਾ ਪਾਣੀ ਪੀਣਾ, ਉਸ ਤੋਂ ਜ਼ਿਆਦਾ ਨਹੀਂ ਪੀਣਾ, ਅਦਰਵਾਈਜ਼ ਉਹਦੀ ਬਾਡੀ 'ਚ ਰਿਟੇਨ ਹੋ ਜਾਂਦਾ। ਸੋ ਬਹੁਤ ਵਧੀਆ, ਤੁਸੀਂ ਬੜੀ ਕੰਮ ਦੀਆਂ ਗੱਲਾਂ ਦੱਸੀਆਂ ਕਿ ਕਿਵੇਂ ਅਸੀਂ ਆਪਣੀਆਂ ਕਿਡਨੀਆਂ ਨੂੰ ਬਚਾ ਸਕਦੇ ਹਾਂ, ਖਿਆਲ ਰੱਖ ਸਕਦੇ ਹਾਂ। ਸੋ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਮਸ਼ਵਰਾ, ਤੇ ਕੀ ਕਹੋਗੇ ਸਾਡੇ ਪਰਿਵਾਰਾਂ ਨੂੰ? ਪਰਿਵਾਰਾਂ ਨੂੰ ਇੱਕ ਫਿਰ ਅੱਛੀ ਗੱਲ ਦੱਸੀਏ, ਸਾਡੇ 'ਚ ਨਾ ਇੱਕ ਚੀਜ਼ ਬਹੁਤ ਘਟਦੀ ਜਾ ਰਹੀ ਹੈ, ਬਰਦਾਸ਼ਤ। ਅਸੀਂ ਦੂਸਰੇ ਨੂੰ ਬਰਦਾਸ਼ਤ ਕਰਨਾ ਛੱਡਦੇ ਜਾ ਰਹੇ ਹਾਂ। ਉਹਦੇ ਨਾਲ ਲੜਾਈਆਂ ਹੁੰਦੀਆਂ, ਉਹਦੇ ਨਾਲ ਸੜਕ ਤੇ ਹੌਰਨਸ ਹੁੰਦੇ ਸਾਨੂੰ, ਉਹਦੇ ਨਾਲ ਐਕਸੀਡੈਂਟ ਹੁੰਦੇ ਨੇ, ਉਹਦੇ ਨਾਲ ਬੜਾ ਕੁਝ ਹੁੰਦਾ। ਤੇ ਆਪਣੇ ਆਪ 'ਚ ਥੋੜ੍ਹੀ ਜਿਹੀ ਬਰਦਾਸ਼ਤ ਐਡ ਅਪ ਕਰੋ। ਜਦੋਂ ਤੁਸੀਂ ਕਿਸੇ ਦੀ ਗੱਲ ਬੁਰੀ ਫੀਲ ਕਰਦੇ ਹੋ, ਤੁਹਾਨੂੰ ਕਿਸੇ ਨੇ ਗੱਲ ਕੱਢੀ, ਕਿਸੇ ਨੇ ਬੁਰਾ ਕਹਿਤਾ, ਕਿਸੇ ਨੇ ਤੁਹਾਨੂੰ ਕੋਈ ਉੱਚਾ ਬੋਲ ਦਿੱਤਾ, ਤੇ ਜਸਟ ਉਹਨੂੰ ਇੱਕ ਪੌਜ਼ ਦਿਓ 2-3 ਮਿੰਟ ਦਾ। ਜਦੋਂ ਤੁਸੀਂ 2-3 ਮਿੰਟ ਦਾ ਪੌਜ਼ ਦਿਓਗੇ, ਤੁਸੀਂ ਵਾਪਸ ਆਪਣੀ ਨਾਰਮਲ ਲੈਵਲ ਤੇ ਆ ਜਾਓਗੇ। ਤੁਹਾਡੇ ਜਿਹੜੇ ਹਾਰਮੋਨਸ ਇਨਕਰੀਜ਼ ਹੋਏ ਹੁੰਦੇ ਨੇ, ਉਹ ਬੈਠ ਜਾਣਗੇ। ਜਦੋਂ ਬੈਠ ਜਾਣਗੇ ਤਾਂ ਫਿਰ ਤੁਸੀਂ ਸੋਚੋਗੇ ਕਿ ਯਾਰ ਇਹਨੇ ਮੈਨੂੰ ਇਹ ਬੁਰੀ ਗੱਲ ਕਹੀ ਸੀ, ਕਿਤੇ ਸੱਚੀ ਉਹ ਮੇਰੇ 'ਚ ਹੈ ਤੇ ਨਹੀਂ, ਮੈਨੂੰ ਆਪਣਾ ਐਨਾਲਿਸਿਸ ਕਰਨਾ ਚਾਹੀਦਾ। ਤੇ ਬਰਦਾਸ਼ਤ ਕਰਨ ਦਾ ਤਰੀਕਾ ਸਿੱਖੋ ਇੱਕ ਦੂਸਰੇ ਨੂੰ, ਸਿਰਫ ਮੈਂ ਹੀ ਨਹੀਂ, ਤੁਸੀਂ ਵੀ, ਉਹ ਵੀ ਇੱਕ ਦੂਸਰੇ ਨੂੰ ਬਰਦਾਸ਼ਤ ਕਰੋਗੇ ਤੇ ਜ਼ਿਆਦਾ ਖੁਸ਼ੀ ਨਾਲ ਰਹੋਗੇ। ਥੈਂਕ ਯੂ ਵੈਰੀ ਮੱਚ ਜੀ ਤੁਹਾਡੇ ਟਾਈਮ ਦੇਣ ਲਈ, ਤੇ ਅਗਲੀ ਵਾਰ ਫਿਰ ਮੁਲਾਕਾਤ ਹੋਵੇਗੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਬਿਲਕੁਲ ਜੀ, ਇਹ ਸਨ ਸਾਡੇ ਨਾਲ ਡਾਕਟਰ ਮੁਰਤਜ਼ਾ, ਤੇ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ ਇਹਨਾਂ ਦੀ ਐਡਵਾਈਸ ਲੈਣ ਦੇ ਲਈ 3064443444 306 444 3444 ਤੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਔਰ ਬੜੀ ਵਧੀਆ ਇਹਨਾਂ ਨੇ ਸਲਾਹ ਦਿੱਤੀ ਹੈ, ਤੇ ਉਸ ਸਲਾਹ ਤੇ ਵੀ ਅਮਲ ਕਰ ਸਕਦੇ ਹੋ। ਔਰ ਖਾਸ ਮੁਲਾਕਾਤ ਵਿੱਚ ਅਗਲੀ ਵਾਰ ਫਿਰ ਕਿਸੇ ਸ਼ਖਸੀਅਤ ਨਾਲ ਰੂਬਰੂ ਹੋਵਾਂਗੇ। ਤੁਸੀਂ ਆਪਣਾ ਰੱਖਿਓ ਖਿਆਲ। ਮੇਰੇ ਵੱਲੋਂ ਦੇਖ ਰਹੇ ਸਾਰੇ ਪਰਿਵਾਰਾਂ ਨੂੰ ਸਤਿ ਸ਼੍ਰੀ ਅਕਾਲ ਜੀ।